अस्सलाम वालेकुम। प्रोग्राम ਹੁੰਗਾਰਾ ਨਾਲ ਤਾਹਿਰ ਅਹਿਮਦ ਪੱਟੀ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਕੱਲ੍ਹ ਦਾ ਪ੍ਰੋਗਰਾਮ ਤੁਸੀਂ ਸੁਣਿਆ ਅਨੀਕ ਨਾਜੀ ਦੇ ਹਵਾਲੇ ਨਾਲ ਜਿਹੜੀ ਉਹਨਾਂ ਨੇ ਗੁਫ਼ਤਗੂ ਕੀਤੀ। ਸਾਨੂੰ ਕਿਸੇ ਦੇ ਰਾਏ ਦੇਣ 'ਤੇ ਤਾਂ ਜ਼ਾਹਿਰ ਕੋਈ ਇਤਰਾਜ਼ ਨਹੀਂ ਹੁੰਦਾ, ਲੇਕਿਨ ਕੁਛ ਚੀਜ਼ਾਂ ਜਿਹੜੀਆਂ ਹੁੰਦੀਆਂ ਨਾ, ਜਿਵੇਂ ਆਉਂਦੇ ਨੇ ਉਹ ਧਾਈਆਂ ਵਾਲੇ ਜਿਹੜੇ ਪਿੰਡ ਨੇ ਉਹ ਪਰਾਲੀਆਂ ਤੋਂ ਪਛਾਣੇ ਜਾਂਦੇ ਨੇ, ਪਤਾ ਲੱਗ ਜਾਂਦਾ ਵੀ ਇੰਜ ਦੀ ਜੇ ਗੱਲ ਹੁੰਦੀ ਪਈ ਹੋਵੇ ਤਾਂ ਉਹਦੇ ਪਿੱਛੇ ਕੀ ਚੱਲਦਾ ਪਿਆ ਹੋਵੇਗਾ। ਅਤੇ ਸਾਨੂੰ ਇਸ ਗੱਲ 'ਤੇ ਵੀ ਕੋਈ ਇਤਰਾਜ਼ ਨਹੀਂ ਵੀ ਸਾਨੂੰ ਉਹ ਚੰਗਾ ਨਹੀਂ ਸਮਝਦੇ, ਨਾ ਸਮਝਣ। ਸਾਨੂੰ ਇਸ ਗੱਲ 'ਤੇ ਜਿਹੜਾ ਮਤਲਬ ਦਰਿਆ 'ਚ ਬੰਦੇ ਖਲੋਤੇ ਹੋਣ ਅਤੇ ਉਹ ਬਾਰਿਸ਼ ਤੋਂ ਤਾਂ ਨਹੀਂ ਡਰਦੇ। ਸਾਨੂੰ ਸੁਸਾਇਟੀ ਯਾਨੀ ਖਾਸ ਤੌਰ 'ਤੇ ਪਾਕਿਸਤਾਨ ਦੀ ਜਿਹੜੀ ਮੁਆਸ਼ਰਤ ਸੀ ਉਸ ਚੁੱਕ ਕੇ ਇੱਕ ਵਾਰੀ ਆਖਿਆ, ਲਓ ਜੀ ਅੱਜ ਤੋਂ ਬਾਅਦ ਤੁਸੀਂ ਸਾਡੇ ਵਾਸਤੇ ਮੁਸਲਮਾਨ ਨਹੀਂ ਹੋ। ਅਸਾਂ ਉਸ ਦਿਨ ਕੀ ਉਹਨਾਂ ਨੂੰ ਅੱਗੋਂ ਆਖਿਆ? ਕੁਝ ਵੀ ਨਹੀਂ ਆਖਿਆ। ਉਹਨਾਂ ਨੂੰ ਆਖਿਆ ਚੱਲ ਠੀਕ ਹੈ, ਤੁਹਾਡੀ ਮਰਜ਼ੀ, ਜੋ ਤੁਸੀਂ ਸਾਨੂੰ ਸਮਝਣਾ ਉਹ ਸਮਝਦੇ ਫਿਰੋ। ਹਾਂ, ਚੰਗਾ ਹੁੰਦਾ ਅਗਰ ਤੁਸੀਂ ਉਹਨੂੰ ਆਈਨ ਔਰ ਸਿਆਸਤ ਦਾ ਹਿੱਸਾ ਇਹਨਾਂ ਚੀਜ਼ਾਂ ਨੂੰ ਨਾ ਬਣਾਉਂਦੇ। ਕਿਉਂ ਕਿ ਜਿਹੜੇ ਪੰਜਾਬੀ ਜਿਹੜਾ ਪ੍ਰੋਗਰਾਮ ਸਮਝਣ ਵਾਲੇ ਨੇ ਉਹਨਾਂ ਨੂੰ ਵੀ ਪਤਾ ਹੈ ਕਿ ਇਸ ਵਕਤ ਦੁਨੀਆ ਦੇ ਵਿੱਚ ਨੇਸ਼ਨ ਸਟੇਟ ਦਾ ਸਿਸਟਮ ਚੱਲ ਰਿਹਾ। ਪਾਕਿਸਤਾਨ ਵੀ ਇੱਕ ਨੇਸ਼ਨ ਸਟੇਟ ਹੈ। ਨੇਸ਼ਨ ਸਟੇਟ ਦੀ ਡੈਫੀਨੇਸ਼ਨ ਦੇ ਵਿੱਚ ਸ਼ਾਮਿਲ ਹੈ ਕਿ ਉਹਨੂੰ ਕਿਸੇ ਦੇ ਰਿਲੀਜੀਅਸ ਬਿਲੀਫਸ ਦੇ ਨਾਲ, ਉਹਨਾਂ ਦੀ ਐਥਨੀਸਿਟੀ ਨਾਲ, ਕਿਸੇ ਚੀਜ਼ ਨਾਲ ਕੋਈ ਤਾਲੁਕ ਨਹੀਂ ਹੁੰਦਾ। ਉਹ ਇੱਕ ਕੌਮ ਹੁੰਦੇ ਨੇ, ਇੱਕ ਮੁਲਕ ਦੇ ਸ਼ਹਿਰੀ ਹੁੰਦੇ ਨੇ। ਪਾਕਿਸਤਾਨੀਅਤ ਮੈਟਰ ਕਰਦੀ ਹੈ। ਅਹਿਮਦੀਅਤ ਉੱਥੇ ਦੇ ਅਫਰਾਦ ਲਈ, ਜਾਂ ਕਿਸੇ ਦਾ ਸ਼ੀਆ ਹੋਣਾ, ਜਾਂ ਉਹਨਾਂ ਦਾ ਸੁੰਨੀ ਹੋਣਾ, ਜਾਂ ਈਸਾਈ ਹੋਣਾ, ਸਿੱਖ ਹੋਣਾ, ਯਹੂਦੀ ਹੋਣਾ, ਕਿਸੇ ਚੀਜ਼ ਦਾ ਕੋਈ ਮੈਟਰ ਨਹੀਂ। ਉਹਨਾਂ ਦੀ ਸਿਰਫ ਨੈਸ਼ਨੈਲਿਟੀ ਔਰ ਉਹਨਾਂ ਦਾ ਓਰੀਜਨ ਔਰ ਉਹਨਾਂ ਦਾ ਪਾਕਿਸਤਾਨੀਅਤ ਮੈਟਰ ਕਰਦੀ ਹੈ। ਸਾਰੀ ਦੁਨੀਆ 'ਚ ਇਹੀ ਕਾਨੂੰਨ ਪਿਆ ਚੱਲਦਾ। ਅਗਰ ਤੁਸੀਂ ਆਖੋ ਕਿ ਅਸੀਂ ਇੱਕ ਰਿਲੀਜੀਅਸ ਸਟੇਟ ਹਾਂ, ਅਫਗਾਨਿਸਤਾਨ ਹਾਂ, ਫਿਰ ਇਹ ਤੁਹਾਡੇ ਨਾਲ ਗੁਫ਼ਤਗੂ ਹੋ ਵੀ ਸਕਦੀ ਹੈ। ਫਿਰ ਅੱਗੋਂ ਜਵਾਬ ਵੀ ਤੁਸੀਂ ਫਿਰ ਉਸ ਦੇ ਬਾਅਦ ਪੁੱਛੋ, ਹਾਂ ਬਈ ਅਸੀਂ ਚੂੰਕਿ ਅਫਗਾਨਿਸਤਾਨ ਦੇ ਤਾਲਿਬਾਨ ਹਾਂ, ਹੁਣ ਤੂੰ ਦੱਸ ਤੂੰ ਆਮਦੀ ਹੈ ਕਿ ਨਹੀਂ, ਤੂੰ ਫਲਾਣਿਆ ਤੂੰ ਸੁੰਨੀ ਹੈ ਕਿ ਨਹੀਂ, ਤੂੰ ਸ਼ੀਆ ਹੈ ਕਿ ਨਹੀਂ। ਜੇ ਤੁਸੀਂ ਰਿਲੀਜੀਅਸ ਸਟੇਟ ਹੋਵੋ ਤਾਂ ਅਸੀਂ ਤੁਹਾਨੂੰ ਆਖੀਏ ਫਿਰ ਇਹ ਗੁਫ਼ਤਗੂ ਕਰ ਲਓ। ਜੇ ਤੁਸੀਂ ਇੰਜ ਕਰਕੇ ਗੱਲ ਸ਼ੁਰੂ ਕਰਨੀ ਹੈ ਤਾਂ ਤੁਸੀਂ ਪਹਿਲਾਂ ਆਪਣਾ ਤਸ਼ੱਖੁਸ ਦੁਨੀਆ ਦੇ ਵਿੱਚ ਪਾਕਿਸਤਾਨ ਨੂੰ ਨੇਸ਼ਨ ਸਟੇਟ ਦੀ ਬਜਾਏ ਰਿਲੀਜੀਅਸ ਸਟੇਟ ਦਾ ਤਸ਼ੱਖੁਸ ਵਾਲੇ ਪਾਸੇ ਟੁਰਨਾ ਚਾਹੀਦਾ, ਜਿਹੜਾ ਸਾਰਿਆਂ ਨੂੰ ਪਤਾ ਨਾ ਉਹ ਟੁਰ ਸਕਦਾ, ਨਾ ਮੁਮਕਿਨ ਹੈ। ਇਸ ਵਕਤ ਦੁਨੀਆ ਦੇ ਵਿੱਚ ਸਿਸਟਮ ਹੀ ਨੇਸ਼ਨ ਸਟੇਟਸ ਦਾ ਚੱਲ ਰਿਹਾ। ਰਿਕਗਨਾਈਜ਼ਡ ਹੀ ਉਹ ਸਟੇਟਸ ਨੇ। ਲੇਕਿਨ ਬਹਰਹਾਲ ਇਸ ਪੋਲੀਟੀਕਲ ਫਿਲਾਸਫੀ ਜਾਂ ਇਸ ਤਫਸੀਲ ਦੇ ਵਿੱਚ ਜਾਇਆ ਬਗੈਰ, ਖੱਚ 'ਤੇ ਜਿੱਦਣ ਮਾਰੀ ਸੀ ਪਤਾ ਤੁਹਾਨੂੰ ਉਦੋਂ ਵੀ ਆਇਆ ਸੀ ਕਿ ਤੁਸੀਂ ਚੰਗਾ ਕੰਮ ਨਹੀਂ ਪਏ ਕਰਦੇ। ਲੇਕਿਨ ਜਿਵੇਂ ਅੱਜ ਅਨੀਕ ਨਾਜੀ ਨੂੰ ਮਤਲਬ ਬਿਲਕੁਲ ਕੋਈ ਮਸਲਾ ਨਹੀਂ ਹੈ ਕਿ ਉਹ ਅਹਿਮਦੀਆ ਖਿਲਾਫਤ, ਅਹਿਮਦੀਆ ਲੀਡਰਸ਼ਿਪ ਦੀ 110 ਸਾਲਾ ਤਾਰੀਖ ਔਰ ਅਹਿਮਦੀਅਤ ਦੀ ਆਪਣੀ 130 ਸਾਲਾ ਤਾਰੀਖ, ਉਹਦੇ ਨਾਲ ਬਿਲਕੁਲ ਤਫਸੀਲੀ ਉਹਦਾ ਮੁਤਾਲਿਆ ਕੀਤਿਆਂ ਬਗੈਰ ਖੁਦ ਗਾਂਧੀ ਸਾਹਿਬ ਕੋਲੋਂ ਕਸਬੇ ਫੈਜ਼ ਕਰਕੇ ਉਹਨਾਂ ਦੀਆਂ ਕਿਤਾਬਾਂ ਤਫਸੀਲ ਨਾਲ ਪੜ੍ਹ ਕੇ ਅਤੇ ਮਸ਼ਵਰੇ ਆ ਕੇ ਸਾਨੂੰ ਦੇਣ ਲੱਗ ਪਏ। ਉਹ ਸਾਡੇ ਉੱਥੇ ਇੱਕ ਪੁਰਾਣੀ ਗੱਲ ਹੈ, ਪਿੰਡ ਦੇ ਵਿੱਚ ਡੇਰੇ 'ਚ ਕੋਈ ਕਮੀਆਂ ਦੀ ਫੈਮਿਲੀ, ਉਹ ਜਿਵੇਂ ਖਾਨਦਾਨ ਹੁੰਦੇ ਨੇ, ਇੱਕ ਪਾਸੋਂ ਨੱਸਦੇ ਨੇ ਵਿਚਾਰੇ, ਦੂਜੇ ਪਾਸੇ ਜਾ ਕੇ ਪਨਾਹ ਲੈ ਲੈਂਦੇ ਨੇ। ਉਹ ਆ ਕੇ ਕਿਤੇ ਸਾਡੇ ਪਿੰਡ ਉਹਨਾਂ ਦੇ ਇੱਕ ਦੋ ਘਰ ਆ ਕੇ ਬਹਿ ਗਏ। ਉਹ ਉਕਾੜੇ ਦੇ ਸਨ, ਉਹ ਮਿਰਾਸੀ ਸਨ, ਮਾੜੇ ਸਨ। ਬਹਰਹਾਲ ਇੱਥੇ ਉਹਨਾਂ ਨੂੰ ਜਿਹੜਾ ਕੋਈ ਕੁੱਲਾ, ਕੋਈ ਜੁੱਲੀ ਮੰਜਾ, ਜੋ ਵੀ ਉਹਨਾਂ ਨੂੰ ਉਹ ਲੱਭ ਗਿਆ, ਬਹਿ ਖਲੋਣ ਲੱਗ ਪਏ। ਪਿੱਛੋਂ ਆਉਂਦੇ ਉਹ ਜਿਹੜੇ ਸਾਈਂ ਖਸਮ ਜਾਂ ਪਿਛਲੇ ਚੌਧਰੀ ਸਨ, ਉਹ ਲੱਭਦੇ ਇੱਥੇ ਆਏ। ਇੱਥੇ ਆਇਆ ਹੁਣ ਅੱਜ ਤਾਂ ਨਹੀਂ ਸੀ ਵੀ ਹੁਣ ਸਾਡੇ ਉਹ ਪਿੰਡ ਬੈਠੇ ਹੁੰਦੇ ਅਤੇ ਉੱਤੋਂ ਆ ਕੇ ਤਾਂ ਉਹਨਾਂ ਨੂੰ ਲਿਤਰਾ ਨਾਲ ਸ਼ੁਰੂ ਹੋ ਜਾਣਾ ਸੀ। ਉਹਨਾਂ ਜ਼ਾਹਿਰ ਡੇਰੇ 'ਚ ਆ ਕੇ ਗੱਲ ਕੀਤੀ, ਉਹਨਾਂ ਕਿ ਸਾਡੇ ਉੱਥੋਂ ਆਏ ਨੇ ਅਤੇ ਉਹਨਾਂ ਨੂੰ ਵੀ ਸੱਦ ਲਿਆ। ਉਹ ਮਿਰਾਸਣ ਉੱਥੇ ਮਾੜੀ ਜੀ ਘਰ ਉੱਥੇ ਜਿਹੜੀ ਆਇਆ ਸੀ ਉਹਨੂੰ ਵੀ ਸੱਦ ਲਿਆ। ਉਹ ਵਿਚਾਰੀ ਪਹੁੰਚ ਤੇ ਬੈਠੀ ਉੱਥੇ ਡੇਰੇ 'ਚ, ਅਤੇ ਉਹਦੇ ਪਿਛਲੇ ਵੀ ਚੌਧਰੀ ਸਨ, ਅੱਗੋਂ ਨਵਿਆਂ ਵੀ ਜਿਨ੍ਹਾਂ ਕੋਲ ਆ ਕੇ ਬੈਠੀ ਸੀ ਉਹ ਵੀ ਜ਼ਿਮੀਂਦਾਰ ਮਾੜੇ ਕੋਈ ਨਹੀਂ ਸਨ। ਅਤੇ ਉਹ ਜਿਹੜਾ ਆਇਆ ਸੀ ਨਾ ਮਗਰੋਂ ਉਕਾੜਿਓਂ, ਉਹ ਗੱਲ 'ਤੇ ਉਫਲੇ ਅਤੇ ਉਫਲ ਕੇ ਆਖੇ, ਤੈਨੂੰ ਨਹੀਂ ਪਤਾ ਮੈਂ ਆ ਉਕਾੜੇ ਦਾ ਵਸਲੀ। ਵਸਲੀ ਕਿਤੇ ਉੱਥੇ ਉੱਦਾਂ ਦੀ ਕੋਈ ਜ਼ਾਤ ਹੈ, ਅਤੇ ਵਸਲ ਪਿਆਜ਼ ਨੂੰ ਵੀ ਆਉਂਦੇ ਨੇ। ਉਹ ਹੈ ਹੀ ਮਰਾਸਨ ਸੀ। ਉਸ ਆਖਿਆ ਠੀਕ ਹੈ, ਜਿਹੜੇ ਤੀਜੀ ਚੌਥੀ ਵਾਰੀ ਆਖਿਆ ਮੇਰਾ ਤੈਨੂੰ ਪਤਾ ਨਹੀਂ, ਮੈਂ ਉਕਾੜੇ ਦਾ ਵਸਲੀ ਹਾਂ। ਉਸ ਆਖਿਆ ਭਾਈ ਜੇ ਤੂੰ ਉਕਾੜੇ ਦਾ ਵਸਲੀ ਹੈ ਅਤੇ ਤੇਰੀਆਂ ਭੂਕਾਂ ਉਹਦੇ ਪਰਾਂ ਸਾਹੀਵਾਲ ਵੱਲ ਨਿਕਲਣ, ਇੱਦੇ ਗਾਜੀ ਕੇ ਬੱਟੀ ਤੈਨੂੰ ਕੀ ਸਮਝਦੇ ਨੇ। ਉਸ ਵਡਿਆਈ ਅੱਦੇ ਸਾਡਿਆਂ ਦੇ ਵਿੱਚ ਕੀਤੀ। ਗੱਲ ਇਹ ਵੇ ਵੀ ਤੁਹਾਡੇ ਆਪਣੇ ਐਫੀਲੀਏਸ਼ਨ, ਤੁਹਾਡੇ ਆਪਣੇ ਇਨਕਲੀਨੇਸ਼ਨ, ਤੁਹਾਡੇ ਰੁਝਾਨ, ਤੁਹਾਡੇ ਝੁਕਾਓ ਜਿਹੜੇ ਪਾਸੇ ਆਏ ਨੇ, ਭੂਕਾ ਤੁਸੀਂ ਉੱਧਰ ਜਾ ਕੇ ਆਪਣੀਆਂ ਕੱਢੋ।
ਨਵਾਜ਼ ਸ਼ਰੀਫ ਦੀ ਵਕਾਲਤ ਕਰਦਿਆਂ ਮੈਂ 5-7 ਪ੍ਰੋਗਰਾਮ ਸੁਣ ਚੁੱਕਿਆ। ਇੱਕ ਵਾਰੀ ਵੀ ਉਹਨੂੰ ਕਿਸੇ ਗਏ ਜੋ ਅਗਲੇ ਦਿਨ ਉਹਦੇ ਨਾਜੀ ਸਾਹਿਬ ਉਹਨਾਂ ਨਾਲ ਖਾਣਾ ਛਾਣਾ ਖਾਧਾ, ਮੈਨੂੰ ਸੱਜੇ ਪਾਸੇ ਬਾਇਆ, ਮੈਨੂੰ ਖੱਬੇ ਪਾਸੇ ਮੇਰਾ ਹਾਲ ਪੁੱਛਿਆ, ਡਾਰ ਸਾਹਿਬ ਨੇ ਮੇਰੇ ਨਾਲ ਫਲਾਣੀ ਗੱਲ ਕੀਤੀ, ਇੰਨਾ ਕੁਝ ਦੱਸਿਆ। ਉਸੇ ਇੱਕ ਵਾਰੀ ਪੁੱਛਿਆ ਜੇ ਉੱਥੇ ਜਾ ਕੇ ਵੀ ਆ ਜਿਹੜਾ ਦਮਾਦ ਰੱਖਿਆ ਜੇ ਤੁਸਾਂ, ਜਿਹੜਾ ਪਾਰਲੀਮੈਂਟ ਦੇ ਵਿੱਚ ਆ ਕੇ ਤੇ ਪਾਕਿਸਤਾਨ ਦੇ ਸ਼ਹਿਰੀਆਂ ਨੂੰ ਉਹਨਾਂ ਨੂੰ ਵਾਜਬੁਲ ਕਤਲ ਦੀਆਂ ਗਾਲਾਂ ਕੱਢਦਾ ਰਿਹਾ ਤੇ ਉਹਨਾਂ ਦੇ ਪਲੂਤੇ ਔਰ ਬਦਦੁਆਵਾਂ ਦਿੰਦਾ ਰਿਹਾ, ਉਹ ਨਵਾਜ਼ ਸ਼ਰੀਫ ਤੇ ਨਹੀਂ ਸਕਾ ਦਮਾਦ। मैं तो उसने जो उस गल की सी तो मैं लिखी सी कि पाकिस्तान की दमाद अंगेज और सुसरनाक सूरत हाल, एक कलम लिखिया सी। तुसी हाफिज हो फिर उदन बोलना सही जदन उसे गैर पार्लीमानी, गैर इंसानी, गैर आईनी हरकत की सी, क्यों नहीं जो उदन तुहाडे मूँह जो गल निकली। सानू जेड़े ने ना लूला मौकफ रखण वाले उन्हां दी ताईद दा सानू कोई शौक नहीं। ਤੁਹਾਡੇ ਜੇ ਉਹੀ ਮੈਂ ਜਿਵੇਂ ਗੱਲ ਕੀਤੀ ਤੁਸੀਂ ਉਕਾੜੇ ਤੇ ਵਸਲੀ ਹੋ ਤੇ ਸਾਈਵਾਲ ਵਾਲ ਭੂਖਾਂ ਕੱਢੋ, ਸਾਡੇ ਵੱਲ ਨਾ ਪਰਤੋ। ਤੁਸੀਂ ਅੱਜ ਦੀ ਦਿਹਾੜੀ ਦੇ ਵਿੱਚ ਹੀ ਇੱਕ ਮੈਂ ਜਦੋਂ ਉਸ ਗੁਫ਼ਤਗੂ 'ਚ ਕੀਤੀ, ਜਿਹੜੇ ਮਜ਼ਦੂਰਾਂ ਦਾ ਤੁਸੀਂ ਰੋਣਾ ਰੋਂਦੇ ਰਹੇ ਹੋ, ਇੱਥੇ ਇੱਕ ਪੀਜ਼ੇ ਤੇ ਸਲਾਦ ਕੱਟਣ ਦੀ ਨੌਕਰੀ ਕਰਨ ਵਾਲਾ ਐਮਡੀ, ਉਸ ਮੈਨੂੰ ਫੋਨ ਕੀਤਾ, ਮੈਸੇਜ ਕੀਤਾ, ਉਸ ਆਖਿਆ ਭਾਈ ਮੇਰੇ ਦਿਲ ਦਾ ਜਵਾਬ ਤੂੰ ਦੇ ਛੱਡਿਆ। ਉਸ ਆਖਿਆ ਪਤਾ ਨਹੀਂ ਕਿਹੜੀਆਂ ਇਹ ਮਤਲਬ ਚੰਦਿਆਂ ਤੇ ਮਰਸੀਡੀਜ਼ਾਂ ਦੀ ਗੱਲ ਕਰਦੇ ਨੇ। ਉਹਨਾਂ ਆਖਿਆ ਨਾਜੀ ਸਾਹਿਬ ਨੂੰ ਮੈਂ ਤਾਂ ਚੰਗਾ ਭਲਾ ਸਿਆਣਾ ਸਮਝਿਆ ਸੀ, ਇਹਨਾਂ ਨੂੰ ਸਾਡੇ ਅੰਦਰੂਨ ਦਾ ਅੰਦਾਜ਼ਾ ਹੀ ਕੋਈ ਨਹੀਂ। ਉਹ ਗੱਲ ਹੈ ਵੀ ਹਕੀਕਤ। ਸਤਹ ਸਾਹਿਲ ਤੇ ਖਲੋ ਕੇ ਤੇ ਤੁਸੀਂ ਪਾਣੀ ਦੀ ਗਹਿਰਾਈ ਦਾ ਅੰਦਾਜ਼ਾ ਨਹੀਂ ਕਰ ਸਕਦੇ। ਦੂਸਰੀ ਗੱਲ ਇਹ ਵੇ ਕਿ ਅੱਜ ਜਿਹੜੇ ਮਤਾਂ ਦੇਣ ਵਾਲੇ ਨੇ ਸਾਰੇ ਬਿਲਾ ਇਸਤਸਨਾ ਇਨਕਲੂਡਿੰਗ ਅਨੀਕ ਨਾਜੀ ਸਾਹਿਬ, ਹਸਤੀ ਬਾਰੀ ਤਾਲਾ ਦੇ ਤਸੱਵੁਰ ਤੋਂ ਟੋਟਲੀ ਨਾ ਆਸ਼ਨਾ ਬੈਠੇ ਹੋ ਤੁਸੀਂ। ਜਿਹੜਾ ਕਜ਼ੀਆ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਬਾਨੀਏ ਜਮਾਤ ਅਹਿਮਦੀਆ ਨੇ ਪਹਿਲੇ ਦਿਨ ਆ ਕੇ ਆਖਿਆ ਸੀ ਕਿ ਕਿੱਸੇ ਔਰ ਢਕੋਸਲੇ ਵਾਲਾ ਖੁਦਾ ਲਈ ਫਿਰਦੇ ਨੇ ਔਰ ਕਿੱਸੇ ਔਰ ਢਕੋਸਲੇ ਵਾਲਾ ਰਿਲੀਜਨ ਲਈ ਫਿਰਦੇ ਨੇ, ਉਹੀ ਬਿਮਾਰੀ ਤੁਹਾਨੂੰ ਅਜੇ ਤੱਕ ਲਾਹ ਕੇ। ਔਰ ਅਹਿਮਦੀ ਜਿਹੜੇ ਨੇ ਇਹ ਕੋਈ ਅਸਮਾਨਾਂ ਤੋਂ ਬਾਰਿਸ਼ ਤਰ੍ਹਾਂ ਵਸਾਏ ਹੋਏ ਇਨਸਾਨਾਂ ਦਾ ਜਾਂ ਕੋਈ ਖਲਾਈ ਮਖਲੂਕ ਨਹੀਂ ਨੇ। ਇਹ ਉਹੀ ਇਨਸਾਨ ਨੇ ਜਿਹੜੇ ਪਹਿਲਾਂ ਹੀ ਜ਼ਮੀਨ ਦੇ ਉੱਤੇ ਸਤਹ ਜ਼ਮੀਨ 'ਤੇ ਮੌਜੂਦ ਸਨ। ਇਸੇ ਤਰ੍ਹਾਂ ਕੌਮਾਂ ਦੇ ਵਿੱਚੋਂ ਕਨਵਰਟ ਹੋ ਕੇ ਕਬੂਲ ਕੀਤਾ। ਕਿਹੜੀ ਚੀਜ਼ ਨੂੰ ਕੀਤਾ? ਹਸਤੀ ਬਾਰੀ ਤਾਲਾ ਦੇ ਉਸ ਸ਼ਫਾਫ ਤਸੱਵੁਰ ਨੂੰ, ਜਿਹੜੀ ਖੁਦਾ ਤਾਲਾ ਦੇ ਫਰਸਤਾਦਾ ਔਰ ਇਸ ਜ਼ਮਾਨੇ 'ਚ ਤਜਦੀਦ ਦੀਨ ਕਰਨ ਵਾਲੇ ਦੇ ਥਰੂ ਨਸੀਬ ਹੋਈ। ਉਹਨਾਂ ਦਾ ਅਕਲ ਔਰ ਉਹਨਾਂ ਦੇ ਸੀਨੇ ਔਰ ਉਹਨਾਂ ਦੇ ਦਿਲ ਔਰ ਉਹਨਾਂ ਦੇ ਰੂਹ ਨੇ ਕਬੂਲ ਕਰ ਲਿਆ। ਤੁਹਾਨੂੰ ਕੀ ਮੌਤ ਪੈ ਗਈ ਇਹਦੇ ਨਾਲ? ਕਿਉਂਕਿ ਜਿੰਨੀ ਵਾਰਾਂ ਹੋਇਆ, ਮੈਂ ਅੱਗੇ ਇੱਕ ਵਾਰ ਵੀ ਇੱਕ ਪ੍ਰੋਗਰਾਮ ਵਿੱਚ ਪੁੱਛਿਆ ਸੀ, ਜਿਹੜੀਆਂ ਆਸਮਾਨੀ ਸਦਾਕਤਾਂ ਦੇ ਤੁਸੀਂ ਕਾਇਲ ਹੋ, ਜਿਹੜੀ ਆਸਮਾਨੀ ਵਹੀ ਔਰ ਜਿਹੜੇ ਖੁਦਾ ਤਾਲਾ ਦੇ ਭੇਜੇ ਹੋਇਆਂ ਨੂੰ ਅਸਦਕ ਉਸ ਸਾਦਕੀਨ ਤਸਲੀਮ ਕਰਦੇ ਹੋ, ਉਹਨਾਂ ਨੂੰ ਜਦੋਂ ਖੁਦਾ ਤਾਲਾ ਨੇ ਖੜਾ ਕੀਤਾ ਸੀ ਤਾਂ ਉਹਦੇ 'ਚ ਉਸ ਵਕਤ ਦੇ ਇੰਟੈਲੀਜੈਂਸੀਆ 'ਚੋਂ ਕਿੰਨੇ ਗਵਾਹ ਬੈਠੇ ਸਨ ਜੀ? ਦਾਨਿਸ਼ਵਰਾਂ 'ਚੋਂ ਕਿੰਨਿਆਂ ਨੂੰ ਖੁਦਾ ਤਾਲਾ ਨੇ ਨਾਲ ਆਪਣਾ ਹਿੱਸੇਦਾਰ ਬਣਾ ਕੇ ਆਖਿਆ ਸੀ ਮੈਂ ਨਬੀ ਬਣਾਉਣ ਲੱਗਾ ਜਾਂ ਮੈਂ ਖੜਾ ਕਰਨ ਲੱਗਾ ਫਲਾਣੇ ਨੂੰ, ਤੇ ਤੁਸੀਂ ਜ਼ਰਾ ਤਾਈਦ ਕਰਿਆ ਜੇ, ਥੋੜ੍ਹੇ 2-4 ਟਾਕ ਸ਼ੋਅ 'ਤੇ ਕਰਿਓ, ਇਹਨੂੰ ਤਾਈਦ ਚਾਹੀਦੀ। ਅੱਲਾਹ ਤਾਲਾ ਨੂੰ ਜੁੱਤੀ 'ਤੇ ਵੀ ਨਹੀਂ ਰੱਖਦਾ। ਅੱਲਾਹ ਤਾਲਾ ਜਿਸ ਟਾਈਮ ਆਪਣੇ ਖੁਦ ਫੈਸਲੇ ਕਰਦਾ ਹੈ ਉਹ ਪੁੱਛਿਆ ਨਹੀਂ ਜਾਂਦਾ ਆਪਣੇ ਅਫਾਲ ਤੋਂ। ਉਹ ਮਾਲਿਕ ਕੁੱਲ ਹੈ, ਖਾਲਿਕ ਹੈ, ਔਰ ਉਹਨੇ ਜਿਸ ਵਕਤ ਫੈਸਲਾ ਕਰਨਾ ਕਿ ਮੈਂ ਫਲਾਂ ਵਕਤ ਫਲਾਂ ਬੰਦੇ ਨੂੰ ਆਪਣੇ ਇਨਸਾਨਾਂ ਵੱਲ ਮਬੂਸ ਕਰਨਾ, ਮੈਂ ਉਹਨਾਂ ਨਾਲ ਭੇਜਣਾ, ਮੈਂ ਆਖਣਾ ਕਿ ਤੁਸੀਂ ਇਹ ਖੜਾ ਹੋ ਵੀ ਮੈਂ ਤੇਰੇ ਨਾਲ ਹਾਂ, ਉਸ ਬੰਦੇ ਨੂੰ ਤੁਹਾਡਾ ਭਾਰ ਕੋਈ ਨਹੀਂ ਹੁੰਦਾ। ਹਾਂ, ਜਿਹੜੇ ਸੂਡੋ ਇਮਾਮ ਮਹਦੀ ਤੇ ਜਿਹੜੇ ਸੂਡੋ ਮਸੀਹ ਤੁਸੀਂ ਇੱਕ ਅਸਮਾਨ 'ਤੇ ਪਾਏ ਤੇ ਜਿਹੜੇ ਥੱਲੋਂ ਜ਼ਮੀਨ ਤੋਂ ਇਮਾਮ ਮਹਦੀ ਤੁਹਾਡੇ ਕੋਲ ਹਰ 10 ਸਾਲਾਂ 'ਚ ਇੱਕ ਅੱਧਾ ਪੈਦਾ ਹੋ ਜਾਂਦਾ, ਉਹ ਤਾਂ ਅੱਧੇ ਘੰਟੇ 'ਚ ਤੁਸੀਂ ਉਹ ਮਤਲਬ ਮੰਜੀ ਠੋਕ ਕੇ ਉਹਨੂੰ ਜੇਲ੍ਹ 'ਚ ਦਿੱਤਾ ਹੁੰਦਾ। ਉਹ ਮੇਰੇ ਕੋਲ ਇੱਕ ਦਫਾ ਇਹਨਾਂ ਨੇ ਇੱਕ ਮੇਰੇ ਦੋਸਤ ਸਨ ਔਰ ਉਹਨਾਂ ਦੇ ਚਾਚਾ ਸੈਸ਼ਨ ਜੱਜ ਸਨ ਔਰ ਉਹ ਬਾਅਦ ਵਿੱਚ ਵੀ ਸਪੈਸ਼ਲ ਜੱਜ ਸੈਂਟਰਲ ਹੋ ਕੇ ਰਿਟਾਇਰ ਹੋਏ। ਲੇਕਿਨ ਉਹਨਾਂ ਨੇ ਉਸ ਜ਼ਮਾਨੇ 'ਚ ਵੀ ਇਹੀ ਗੱਲ ਕੀਤੀ ਕਿ ਮੇਰੇ ਸਾਡੇ ਨਾਲ ਕਿਤੇ ਜਾ ਰਹੇ ਤੇ ਜ਼ਾਹਿਰ ਹੈ ਕਿ ਜਦੋਂ ਪਤਾ ਹੋਵੇ ਕਿ ਬੰਦਾ ਆਮਦੀ ਇਹ ਗੁਫ਼ਤਗੂ ਕਰਨ 'ਤੇ ਦਿਲ ਕਰ ਪੈਂਦਾ। ਉਹਨਾਂ ਬੜੇ ਤਰੀਕੇ ਨਾਲ ਇਹ ਸਵਾਲ ਉਠਾਇਆ ਤੇ ਕਹਿੰਦੇ ਨੇ ਇਹ ਝੂਠੇ ਦਾਅਵਾਦਾਰ ਵੀ ਤੇ ਇੰਨੇ ਪੈਦਾ ਹੋਏ ਨੇ ਤਾਰੀਖ ਦੇ ਵਿੱਚ 30 ਨੇ। ਮੈਂ ਆਖਿਆ ਅੰਕਲ ਤੁਹਾਡੇ ਕੋਲ ਤਾਂ ਮੈਨੂੰ ਇਸ ਸਵਾਲ ਦੀ ਤਵੱਕੋ ਨਹੀਂ ਸੀ। ਯੂ ਆਰ ਏ ਸੈਸ਼ਨ ਜੱਜ। ਤੁਸੀਂ ਉਹਨਾਂ ਜਿਹੜੇ ਝੂਠੇ ਦਾਅਵਾਦਾਰ ਨਬੂਵਤ ਨੇ ਜਾਂ ਝੂਠੇ ਦਾਅਵਾਦਾਰ ਨੇ ਮਹਿਦਵੀਅਤ ਦੇ ਪਿਛਲੀ ਤਾਰੀਖ ਦੇ ਵਿੱਚ, ਉਹਨਾਂ 'ਚੋਂ ਉਹ ਕਿੰਨੇ ਨੇ ਜਿਨ੍ਹਾਂ ਵਾਸਤੇ ਪਾਕਿਸਤਾਨ ਜਾਂ ਮੁਲਕਾਂ ਨੂੰ ਆਪਣੇ ਆਈਨਾਂ 'ਚ ਤਰਮੀਮ ਕਰਨੀ ਪਈ ਹੋਵੇ?
ਉਹ ਇੱਕ ਨਾਮ ਮੈਨੂੰ ਦੱਸੋ ਵਿੱਚੋਂ। ਤੇ ਜੇ ਤੁਹਾਡੇ ਕੋਲ ਉਹ ਕੋਈ ਨਹੀਂ ਤੇ ਝੂਠਿਆਂ ਦੀ ਮੌਜੂਦਗੀ ਸੱਚਿਆਂ ਦੀ ਹੈਸੀਅਤ ਜਿਹੜੀ ਹੈ ਉਹਨੂੰ ਮਸਖ ਨਹੀਂ ਕਰਦੀ, ਬਲਕਿ ਹਾਈਲਾਈਟ ਕਰਕੇ ਵਿਖਾਉਂਦੀ ਹੈ ਕਿ ਇਹ ਜੇ ਸੱਚਾ, ਇੰਜ ਦੇ ਹੁੰਦੇ ਜੇ ਸੱਚੇ। ਆਲੀਜਾ ਗੱਲ ਇੰਨੀ ਹੈ ਕਿ ਜਿਹੜੇ ਤੁਹਾਨੂੰ ਉਹ ਚੰਦੇ ਤੇ ਮਰਸੀਡੀਜ਼ਾਂ ਦਾ ਜਿਹੜਾ ਨਾ ਉਹ ਆਪਸ ਵਿੱਚ ਨਹੀਂ ਨਾ ਪਤਾ ਲੱਗਦਾ, ਜਾਂ ਤੁਹਾਡੇ ਹਲਕ 'ਚੋਂ ਨਹੀਂ ਪਈਆਂ ਲੈਂਦੀਆਂ ਉਹ ਮਰਸੀਡੀਜ਼ਾਂ। ਬਾਈ ਦੀ ਵੇ ਉਹ ਨਿਰੀ ਮਰਸੀਡੀਜ਼ ਨਹੀਂ, ਉਹਦੇ 'ਚ BMW ਵੀ ਹੈ। ਤੇ ਉਹ ਸਾਨੂੰ ਤੇ ਉਹ ਕੱਲ ਮੈਂ ਉਹ ਜਿਹੜੇ ਸ਼ੇਰ ਸੁਣਾਇਆ ਨਾ, ਤੇ ਅੱਜ ਮੈਨੂੰ ਉੱਥੋਂ ਪਾਕਿਸਤਾਨ ਤੋਂ ਝੰਗ ਤੋਂ ਇੱਕ ਜ਼ਿਮੀਂਦਾਰ ਦਾ ਫੋਨ ਆਇਆ। ਉਹਨਾਂ ਆਖਿਆ ਗੱਲ ਤੇ ਤੁਸੀਂ ਉਰਦੂ 'ਚ ਕੀਤੀ, ਪਰ ਮੇਰਾ ਤੇ ਇੰਜ ਦਿਲ ਕਰਦਾ ਕਿ ਬਈ ਸਦਕੇ ਵਾਰੀ ਜਾਂ ਸਾਡੇ ਦਿਲ ਦੀ ਵੀ ਇਹੀ ਗੱਲ ਆਈ। ਅਸੀਂ ਤੇ ਖਲੀਫਾ ਵਕਤ ਔਰ ਅਸੀਂ ਆਪਣੇ ਇਮਾਮ ਜਮਾਤ ਅਹਿਮਦੀਆ ਸਾਡੇ ਤੋਂ ਆਖਿਆ ਸਾਨੂੰ ਯਾਦ ਵੀ ਨਹੀਂ ਹੁੰਦਾ, ਉਹਦੇ ਧਿਆਨ ਹੀ ਕੋਈ ਨਹੀਂ ਹੁੰਦਾ ਜਿਹੜੀਆਂ ਇਹਨਾਂ ਨੂੰ ਪਈਆਂ ਦਿਸਦੀਆਂ ਨੇ ਮਰਸੀਡੀਜ਼ਾਂ। ਔਰ ਸਾਡਾ ਖਲੀਫਾ ਨਾਲ ਤਾਲੁਕ ਉਹ ਨਹੀਂ ਜਿਹੜਾ ਅਨੀਕ ਨਾਜੀ ਸਨ ਵੱਲ ਦੱਸਣਾ, ਬਸ ਤੁਸੀਂ ਇੰਜ ਕਰਕੇ ਅਤਾਤ ਕਰਨੀ ਹੈ ਤੇ ਇੰਜ ਕਰਕੇ ਕੋਈ ਨਹੀਂ ਕਰਨੀ। ਉਹ ਸਾਰੀਆਂ ਗੱਲਾਂ ਕਰਦਿਆਂ ਹੋਇਆਂ ਉਹਨਾਂ ਨੇ ਵਿੱਚ ਇੱਕ ਜਿਹੜੀ ਮੇਨ ਗੱਲ ਦੱਸੀ ਨਾ, ਸਾਡੀ ਆਪਸ ਵਿੱਚ ਐਕਸਚੇਂਜ ਹੋਈ। ਉਸ ਆਖਿਆ ਉਹ ਜਿਹੜਾ ਉਰਦੂ ਵਿੱਚ ਤੁਸੀਂ ਸ਼ੇਰ ਪੜ੍ਹਿਆ, ਰਹੇ वो शौक़ के जो बज़ में जहाँ की रौनक है, हमारा क्या है अगर हम रहे ना रहे। मैं आखिया जी ਉਹਦਾ ਪੰਜਾਬੀ ਵੀ ਹੈ, ਉਹਦਾ ਮਾਈ ਹੈ ਆਖੇ ਪਾਣੀ ਖਾਲ ਤੂੰ ਮੈਂ ਪੀਵਾਂ ਤੇ ਜੱਗਾਂ ਉੱਤੇ ਤੂੰ ਜੀਵੇਂ, ਤੇਡੀ ਆਸ ਤੇ ਮੈਂ ਜੀਵਾਂ। ਉਹ ਮੁੜ ਚੁੱਕੇ ਹਾਏ ਜੰਗ ਦੇ ਉਹਨਾਂ ਨੂੰ ਸਵਾਦ ਆਇਆ। ਅਹਿਮਦੀ ਤੇ ਖਲੀਫਾ ਵਕਤ ਜਾਂ ਉਹਨਾਂ ਦੇ ਕਾਨਵਾਏ ਨੂੰ ਜਾਂਦਿਆਂ ਵੇਖ ਕੇ ਮਰਸੀਡੀਜ਼ ਨੂੰ ਜਿਹੜਾ ਤੁਸੀਂ ਆਂਦੇ ਹੋ ਨਾ, ਜਿਹੜੀ ਤੁਹਾਡੀ ਅੱਖਾਂ 'ਚ ਚੁੱਭਦੀ ਹੈ, ਉਹ ਆਂਦੇ ਨੇ ਬ ਜੱਗਾਂ ਉੱਤੇ ਤੂੰ ਜੀਵੇਂ, ਤੇਡੀ ਆਸ ਤੇ ਮੈਂ ਜੀਵਾਂ। ਔਰ ਜੀ ਮਜ਼ਦੂਰ ਤੇ ਉਹ ਅੱਜ ਦਿਹਾੜੀ ਉਹ ਤੁਹਾਡੀ ਮਰਸੀਡੀਜ਼ਾਂ ਤੇ ਗੁਜ਼ਰੀ। ਤੇ ਮੈਂ ਆਖਿਆ ਕਿ ਭਾਈ ਹਿਸਾਬ ਲਾਓ, ਜਿਹੜੇ ਮਜ਼ਦੂਰਾਂ ਦਾ ਤੁਹਾਨੂੰ ਰਹਿਮ ਪਿਆ ਹੁੰਦਾ। ਅੱਜ ਅਸਾਂ ਐਵੇਂ ਮੋਟਾ ਹਿਸਾਬ ਲਾਇਆ ਤੇ 1000 ਕੋ ਮਰਸੀਡੀਜ਼ ਦੇ ਤੇ ਜਰਮਨੀ 'ਚ ਅਹਿਮਦੀ ਲਈ ਫਿਰਦੇ ਨੇ। ਇੰਨੀਆਂ ਕੋ ਉੱਥੇ UK 'ਚ ਵੀ ਹੋਣੀਆਂ ਨੇ, ਅਮਰੀਕਾ ਵਾਲੇ ਵੀ ਜਿਹੜੇ ਨੇ। ਯਾਰ ਇਹ ਗੱਲਾਂ ਮਤਲਬ ਹੈ ਕਿ ਇਸ ਵਕਤ ਤੁਸੀਂ ਕਿਹੜੀ ਇਹ ਚੂਰਨ ਜਿਹੜੇ ਵਿਕਦੇ ਨੇ ਨਾ ਲੀਡਰਸ਼ਿਪ ਤੇ, ਤੁਹਾਡੇ ਉੱਥੇ ਵਿਕਦੇ ਨੇ ਜਿੱਥੇ ਤੁਹਾਨੂੰ ਜਵਾਬ ਦਿੱਤਾ ਨਹੀਂ ਜਾ ਸਕਦਾ। ਨਵਾਜ਼ ਸ਼ਰੀਫ ਦੀ ਵਕਾਲਤ ਕਰਦੇ ਹੋ, ਇਹ ਦੱਸੋ ਤੇ ਸਹੀ ਵੀ ਇੱਕ ਫਾਊਂਡਰੀ ਵਾਲਾ ਜਿਹੜਾ ਸਿਸਟਮ ਸੀ ਉਹ ਸਾਡੇ ਵਹਿੰਦਿਆਂ ਮੈਂ ਲਈ ਉਸ ਟਾਈਮ ਕਾਲਜ ਵਿੱਚ ਆ, ਜਿਸ ਟਾਈਮ ਨਵਾਜ਼ ਸ਼ਰੀਫ ਪਾਲੀ ਵਾਰ ਵਜ਼ੀਰ ਆਲਾ ਬਣਿਆ, ਜਨਰਲ ਜਲਾਨੀ ਅੱਗੇ ਲਿਆਂਦਾ ਜਿਸ ਟਾਈਮ ਇਹਨੂੰ, ਉਦੋਂ ਪਹਿਲਾਂ ਦੇ ਤੇ ਅੱਜ ਤੇ ਵੇਖ ਲਓ ਨਵਾਜ਼ ਸ਼ਰੀਫ ਦੇ ਜੋ ਕੁਝ ਐਵਨ ਫੀਲਡ ਤੇ ਅੱਗੇ ਪਿੱਛੇ, ਇਹ ਸਾਰਾ ਕੁਝ ਆਇਆ ਕਿੱਥੋਂ ਹੈ? ਉਹ ਲੋਟੀ ਜਿਹੜੀ ਤੁਸੀਂ ਧਰੀ ਹੁੰਦੀ ਹੈ ਨਾ ਆਪਣੀ ਲੀਡਰਸ਼ਿਪ ਵੇਖ ਕੇ, ਤੇ ਤੁਹਾਨੂੰ ਖਿਲਾਫਤ ਅਹਿਮਦੀਆ ਜਿਹੜੀ ਹੈ ਨਾ ਉਹ ਤੁਹਾਡੇ ਜ਼ਿਹਨ ਵਿੱਚ ਹੁੰਦਾ ਕਿ ਸ਼ਾਇਦ ਇੰਜ ਦੀ ਗੱਲ ਕਰਕੇ ਤੇ ਜਿਹੜਾ ਅਹਿਮਦੀਆ ਸਟੱਫ ਹੈ ਉਹ ਉਹਨਾਂ ਦਾ ਆਮਦ ਉਹ ਨਾਸ, ਉਹਨਾਂ ਦੀ ਆਮ ਪਬਲਿਕ ਜਿਹੜੀ ਹੈ ਉਹ ਤੁਹਾਡੇ ਇੰਜ ਕਰਕੇ ਵਲਾਵੇਂ 'ਚ ਆ ਜਾਣ ਦੇ। ਇਹ ਇਸ ਵਲਾਵੇਂ ਵਾਲੇ ਨਹੀਂ ਨੇ, ਇਹ ਪਹਾੜ ਏਡੇ ਕੂਲੇ ਹੁੰਦੇ, ਗਿੱਦੜਾਂ ਬੜਾ ਚਿਰ ਹੋ ਗਿਆ ਪਹਿਲਾਂ ਹੀ ਚੱਟ ਚੁੱਟ ਜਾਣੇ ਸਨ। ਤੇ ਤੁਹਾਡੇ ਇਲਮ ਵਿੱਚ ਤੇ ਨਹੀਂ, ਲੇਕਿਨ ਤਾਰੀਖੀ ਤੌਰ ਤੇ ਜਿਸ ਟਾਈਮ ਪਾਰਟੀਸ਼ਨ ਦੇ ਦਰਮਿਆਨ ਮੂਵਮੈਂਟ ਹੋ ਰਹੀ ਸੀ ਨਾ, ਉਸ ਟਾਈਮ ਜਮਾਤ ਅਹਿਮਦੀਆ ਦੇ ਕੋਲ 2 ਜਹਾਜ਼ ਆਪਣੇ ਸਨ। ਇੱਕ ਜਿਹੜਾ ਉਹ ਸਾਡੀ TI ਕਾਲਜ ਦੀ ਜਿਹੜੀ ਲੈਬਾਰਟਰੀ ਸੀ ਉਹਦੇ ਡੱਬਾ ਪੈਕ ਜਿਹੜਾ ਉਹ ਆਖਰ ਤੱਕ ਰਿਹਾ। ਅਸਾਂ ਸ਼ੀਸ਼ੇ ਟੁੱਟ ਗਏ ਨੈਸ਼ਨਲਾਈਜੇਸ਼ਨ ਤੋਂ ਬਾਅਦ ਉਹਦੇ ਬਿਲਡਿੰਗ ਦੇ, ਤੇ ਅਸੀਂ ਐਵੇਂ ਨਿਕਲੀ ਦਾ ਡਿਗਰੀ ਕਾਲਜ ਵੱਲ ਜਾਈਦਾ ਸੀ, ਤੇ ਉਹ ਖਿੜਕੀਆਂ 'ਚੋਂ ਝਾਂਕ ਕੇ ਵੇਖੀ ਤਾਂ ਸੀ ਅੰਦਰ ਪੂਰਾ ਜਹਾਜ਼ ਪਿਆ ਹੁੰਦਾ ਸੀ। ਉਦੋਂ ਇੱਕ ਸੰਨ 47 'ਚ ਵੀ ਜਹਾਜ਼ ਸੀ, ਉਦੋਂ ਤੇ ਮਰਸੀਡੀਜ਼ ਦੀ ਕਿਹੜੀ ਗੱਲ ਪੇ ਕਰਦੇ। ਲਿਹਾਜ਼ਾ ਜਿਹੜੇ ਜਮਾਤ ਅਹਿਮਦੀਆ ਦੇ ਪਲੈਨਿੰਗ, ਜਿਹੜੇ ਉਹਨਾਂ ਦੇ ਅਮਵਾਲ, ਜਿਹੜੇ ਉਹਨਾਂ ਦੇ ਫੈਸਲਾ ਸਾਜ਼ੀ, ਜਿਹੜਾ ਉਹਨਾਂ ਦਾ ਫਿਊਚਰਿਸਟਿਕ ਅਪਰੋਚ ਹੈ, ਉਹ ਭਾਈ ਤੁਹਾਡੇ ਕੋਲ ਪੁੱਛ ਕੇ ਨਹੀਂ ਕਰਨੀ, ਉਹਨਾਂ ਆਪਣੀ ਮਰਜ਼ੀ ਦੀ ਕਰਨੀ ਹੈ। ਔਰ ਮਜ਼ੇ ਦੀ ਗੱਲ ਇਹ ਵੇ, ਤੁਹਾਨੂੰ ਸ਼ਾਇਦ ਇਸ ਗੱਲ ਦਾ ਨਹੀਂ ਪਤਾ, ਉਹ ਸਾਡੇ ਕੋਲ ਪੁੱਛ ਕੇ ਕਰਨ ਦੀ ਵੀ ਉਹਨਾਂ ਨੂੰ ਜ਼ਰੂਰਤ ਨਹੀਂ। ਗੱਲ ਇੱਕ ਵਾਰੀ ਸਪੁਰਦ ਕਰ ਦੇਈਦੀ ਹੈ ਕਿ ਜਿਸ ਟਾਈਮ ਬੈਤ ਕਰ ਲਈ, ਬੈਤ ਕਰਨ ਦਾ ਮਤਲਬ ਕੀ ਹੈ ਕਿ ਹੁਣ ਤੁਸੀਂ ਜਾਣੋ, ਤੁਹਾਡਾ ਕੰਮ ਜਾਣੇ ਜੀ, ਤੁਸੀਂ ਅੱਗੇ ਹੋ ਤੇ ਅਸੀਂ ਪਿੱਛੇ। ਲੇਕਿਨ ਇਹ ਮਚਲਾਪਨ ਤੁਹਾਨੂੰ ਸਿਰਫ ਸਾਡੀ ਵਾਰੀ ਅਹਿਮਦੀਆਂ ਦੀ ਵਾਰੀ ਦਿਸਦਾ। ਜ਼ਾਤੀ ਤੌਰ ਤੇ ਜ਼ਰਾ ਪੁੱਛੋਗਾ, ਮਤਲਬ ਚੀਫ ਆਫ ਆਰਮੀ ਸਟਾਫ ਨੂੰ ਜਾ ਕੇ ਪੁੱਛਣ ਲੱਗ ਪਵੇ ਹਰ ਫੌਜੀ ਪੂਰਾ ਆ ਭਾਈ ਸਾਹਿਬ ਦੇ ਤੇਰੀ ਮਤਲਬ ਹੈ ਫਲਾਣਾ ਉਹ ਕਦੀ ਵੇਖਿਆ ਜੇ ਅੱਜ ਸੰਜ ਗੱਲ ਕਰਦੇ ਪਏ ਹੋ? ਅਸੀਂ ਤਾਂ 50 ਵਾਰੀ ਵੇਖਿਆ ਸੀ ਰਾਵਲ ਡੈਮ ਤੋਂ ਲੈ ਕੇ ਜਿੱਦਣ ਕਿਤੇ ਆਰਮੀ ਚੀਫ ਨੇ ਈਵਾਨ ਸਦਰ ਮੁਲਾਕਾਤ ਕਰਨ ਜਾਂਦੀ ਸੀ, ਨਾਜੀ ਸਾਹਿਬ ਐਡਾ ਤੁਹਾਨੂੰ ਵੀ ਕੋਈ ਨਹੀਂ ਭੁੱਲ। ਤੇ ਉਹ ਪਹਿਲਾਂ ਸਕੂਟਰਾਂ ਦਾ ਇੱਕ ਕਾਨਵਾਏ ਆਉਂਦਾ ਸੀ, ਫਿਰ ਜੀਪਾਂ ਆ ਜਾਂਦੀਆਂ ਸਨ, ਫਿਰ ਪਿੱਛੇ ਉਸ ਕਾਨਵਾਏ ਨੂੰ ਕੀ ਆਂਦੇ ਹੋ ਵੀ ਕੀ ਸਾਡੇ ਪੈਸੇ ਸਨ ਤੇ
वो पाकिस्तान के आम जिहड़ा मजदूर है जिहदा राह ढक के असीं तो अगे पिछे लगे फिरने हुंदे आ। सन तो कोई किसी नूं कोई मसला नहीं हुंदा। हाँ एक जरूरत है जिस तरह जमाने के मुताबिक है उस दे मुताबिक अगर लीडरशिप नूं मूवमेंट्स वास्ते उन्हां दी हर चीज़ वास्ते असीं तुहाडे कोल नहीं पुछना, वो तो आप फैसला करना है। हाँ जो तुहाडा लैके तो उहदे ते करने तो दसो। इस वास्ते एक तो गुजारिश ये वे कि जे गल करनी है फिर पूरी करो। ये नहीं हो सकता भी गांधी साहब दी तसनीफात पढ़ के तो अहमदियां नूं तुसीं मशवरे देने, साडियां पढ़ लो ना। 83 किताबां जो उन्होंने जो एक भी कभी अज तक पूरी पढ़ी जे। मैं आज तक पिछले दिनों साढ़े एक दोस्त की फिक्री रिवायात किताब आई है और वो बहुत अच्छा बिजनेस कर रही है, बहुत अच्छा चल रही है इस्लामाबाद तो। और उन्होंने तफसील ना इन्होंने मुख्तलिफ माखज़ के मुख्तलिफ हवालों जाहिर है जो उत्थे गंद पिया हुण ओहदी लंबी चौड़ी जी ज़हन साजी हुई वो खिलाफ उसका जवाबी रद्द अमल आम शरीफ आदमी का दिल तो है ना कि आम इंसान का ज़हन न्यूट्रल हो जाए। उन्होंने किताब मैं उन्होंने गलबात होंदी रहिंदी। मैं उन्होंने पूछा मैं आख्या जी तुसीं फिक्री रिवायात के उत्ते इब्न अरबी तो सारे बड़े बड़े हवाले और सारा कुछ दिता जे, अज मैनूं ये दसो कि मिर्ज़ा गुलाम अहमद कादियानी साहब की कोई किताब पढ़ी जे अज तक? शरीफ आदमी सन। उन्होंने कहा नहीं। मैं ही तुहानूं फिर उसके बाद हक है कि साडे स्कूल ऑफ थाट के उत्ते तुसीं गुफ्तगू कर सको? कहते जी नहीं। तो मैं क्या बस यही हाल है तुहाडा। मैनूं मैं क्या उत्ते इस्लामाबाद लाहौर दे विच वो जरा दानिशवर उन्होंने लिस्ट से घल्लिया जे कि जिन्हों ने पहला साडा मौकफ तो पढ़िया होंदा, कोई गल का तो पता होवे कि असीं करूँ की हाँ। इस वास्ते ये इशूज़ जिहड़े ने हाँ अलबत्ता जिहड़े जिथों तुसां गल चुकी सी ना बड़ा मिठे जे तरीके नाल जी कुरान शरीफ इन्हां दे बच्चे पढ़न दे ते ओहदे ते परचा हो जाए बच्चे चुक के लै जाण दे। पहली तो गल ये वे कि यह जिहड़े आर्डीनेंस लगे ने ते सारा कुछ होया ਉਹਦੇ ਤੇ 6-7 हज़ार बंदे ते कलमे का परचा होया। उस वेले ही एक खाता तो खुल चुकिया सी कि मतलब जिस वेले बिस्मिल्ला दे कार्ड छपे ने तो माँ पुत्रां जो बच्चा भी शामिल से जो दुध पींदा सी। ये भार ते असीं अगे चुक बैठे, तुसीं सानूं हुण होर नवां वल किहड़ा दस्सण लगे हो। हाँ मेरा जिहड़ा तुहानूं गुजारिश है वो ये वे कि जे सानूं खुदा ने खड़ा कीता तो दुनिया की इन्हां मुगलजात और इन्हां जालमाना कवानीन और जालमाना फैसलों के नतीजे ना असी अपना अकीदा छड़ना ना असी अपनी ग्राउंड छड़नी। एक दिन जेड़े शहर के लाहौर के तुसां मतलब 80 तो ज़्यादा बंदे साडे एक दिन शहीद किए ने, असां लाहौर छड्ड दिता? किहड़ा शहर है जिथों असां तुहानूं गिव इन कीता ते असां आख्या लो रख लो असीं नहीं इत्थे रहिंदे? ये भी सारे टकोसले और कहानियां ने। और सैरबीन वाले जो तजजिया अगे करा दे उस प्रोग्राम का दसा दे तुहानूं। और एडी लुट कोई नहीं पई पाकिस्तान के अहमदी, चूँकि इस वक्त उज़िना लिल्लज़ीना युक़ातलूना बिअन्नहुम ज़ुलिमू दे मिसदाक साहिब इज़न दे पिछे ने। खिलाफत साहिब इज़न है, जमात अहमदिया की लीडरशिप वाहिद साहिब इज़न शख्सियत है रूए ज़मीन ते। तुहाडे कोल साहिब इज़न कोई नहीं। जहाज तुसीं हर थां ते कीती फिरदे, जिहड़ा निकलदा भराकी तरोड़ वो दातरी टोंग के पट्ठियां वाली तो वह निकल पैंदा मैं जहाज करन चला। जहाज करके करदे कि अपनी लॉ इनफोर्समेंट दे जिहड़े इदारियां दे बंदे ने वो मार के तुसीं उत्थे सट के सो खेतां च वज़ीराबाद होर की जहाज है तुहाडे कोल? वो सारा जिहड़ा गंद पिया है ना वो तुहाडा सारा गंद तुहाडी 74 वाली तरमीम, ज़ियाउल हक दे आर्डीनेंस और ब्लासफेमी दे कवानीन जिहड़े स्पैसीफिकली अहमदियां नूं टारगेट करके बनाए गए हैं, उन्हां तो बाद दी वो तुहानूं फसलां पे कटनियां पैंदियां ने और पूरे मुल्क च कटनियां पै रही ने। असीं अपने हिस्से की जिहड़ी कुर्बानी खुदा ताला जदों चुन के अगे सद के आंदा पिया मैं कुर्बानी लैनी है, सानूं ते उहदे तो कोई इनकार नहीं। अल्लाह ताला फिर तौफीकां वधांदा। साहिबजादा अब्दुल लतीफ शहीद को ऑप्शन है सी ना कि उत्थे काने च ही आखना सी ना बादशाह दे, कदों आख्या सी उन्होंने? मतां देण वाले उदों भी है सन, अनीक नाजी तो बथेरे ना साडे दुआले दुआले। इस वास्ते जे तुहानूं उन्हां नाल गल करन दी तौफीक नहीं कि यह जिहड़ा फैसले होए ने ये फैसले गैर आइनी, गैर इंसानी, गैर सियासी ने, नेशन स्टेट दे ये फैसले गलत ने, इन्हां नूं अनडू करना जे तुहानूं मार वगी पूरे मुल्क नूं उन्हां फैसलिਆਂ दी।
ਜੇ ਉਹ ਤੌਫੀਕ ਤੁਹਾਨੂੰ ਨਹੀਂ ਤੇ ਵਸਲੀ ਤੁਸੀਂ ਉਹ, ਤੇ ਫਿਰ ਤੁਹਾਡੀਆਂ ਭੂਕਾਂ ਸਾਹੀਵਾਲ ਵੱਲ ਨਿਕਲਣ, ਸਾਡੇ ਹੱਲ ਨਾ ਨਿਕਲਣ। ਅਸੀਂ ਆਪਣਾ ਸਾਰਾ ਵੇਖ ਕੇ ਬੈਠੇ ਹਾਂ। ਜਿੰਨੇ ਸ਼ੋਬਿਆਂ ਦੇ ਨਾਂ ਲੈਂਦੇ ਹੋ ਨਾ ਤੁਸੀਂ ਅੱਜ ਕੱਲ੍ਹ, ਉਹਨਾਂ ਸਾਰਿਆਂ ਸ਼ੋਬਿਆਂ ਦੇ ਪਾਇਨੀਅਰ ਅਸੀਂ ਖੁਦ ਹਾਂ ਪਾਕਿਸਤਾਨ 'ਚ। ਵਾਰ ਕਾਲਜ ਦੇ ਵਿੱਚ ਜਿਹੜੇ ਜਰਨੈਲਾਂ ਦੀ 65 ਦੀ ਜੰਗ ਦੇ ਜਿਹੜੇ ਜਰਨੈਲਾਂ ਦੀ ਵਾਰ ਸਟ੍ਰੈਟਜੀ ਪੜ੍ਹਾਈ ਜਾਂਦੀ ਹੈ, ਜਨਰਲ ਅਬਦੁਲ ਅਲੀ ਮਲਿਕ, ਅਖਤਰ ਅਲੀ ਮਲਿਕ, ਉਹਨਾਂ ਦੀਆਂ ਕਬਰਾਂ ਰੱਬੇ ਨੇ, ਉਹਨਾਂ ਦੀ ਤਦਫੀਨ ਰੱਬੇ ਹੋਈ ਹੈ। ਬ੍ਰਿਗੇਡੀਅਰ ਇਫਤਖਾਰ ਜੰਜੂਆ ਜਿਨ੍ਹਾਂ ਦੇ ਨਾਮ ਤੇ ਕੈਂਟ ਦੀਆਂ ਸੜਕਾਂ ਨੇ ਨਾ, ਉਹਨਾਂ ਦੀ ਤਦਫੀਨ ਰੱਬੇ ਹੋਈ ਹੈ। ਜਿਹੜਾ ਪਹਿਲਾ ਬੰਦਾ ਮਤਲਬ ਹੈ ਕਿ ਹਰ ਸ਼ਹਿਰ ਦਾ ਜਿਹੜਾ ਪਾਇਨੀਅਰ ਔਰ ਪਹਿਲਾ ਬੰਦਾ, ਉਹ ਤੁਹਾਡੇ ਕੋਲ ਅਹਿਮਦੀ ਗੱਲ ਤੁਹਾਨੂੰ ਕਰਨ ਲੱਗਿਆ ਸੋਚਣਾ ਚਾਹੀਦੀ। ਤੁਹਾਨੂੰ ਤੁਹਾਡੇ ਮੂੰਹ ਤੇ ਪੈਂਦਾ ਕਿ ਤੁਸੀਂ ਸਾਨੂੰ ਮਤਾਂ ਦੇਣ ਪੈ ਜਾਓ। ਆਪਣਾ ਆਪ ਸਾਂਭ ਲਓ। ਤੁਸੀਂ ਆਪਣੇ ਆਪ ਨੂੰ ਇਸ ਭੰਬਲ ਭੂਸੇ 'ਚ ਬਾਹਰ ਕੱਢ ਕੇ ਤੇ ਸਰਵਾਈਵ ਕਰ ਜਾਓ, ਤਾਂ ਬੜੀ ਗੱਲ ਹੈ। ਔਰ ਅਸੀਂ ਬਹਰਹਾਲ ਤੁਹਾਡੇ ਲਈ ਦੁਆ ਕਰਨੇ, ਲੇਕਿਨ ਇਹਦਾ ਇਹ ਮਤਲਬ ਨਹੀਂ ਕਿ ਜਦੋਂ ਕਿਸੇ ਦਾ ਖਿਆਲ ਆਵੇ ਆਮਤ ਉਨਾਸ, ਅਹਿਮਦੀ ਮਜ਼ਦੂਰ, ਅਹਿਮਦੀ ਚੰਦੇ, ਅਹਿਮਦੀ ਮਰਸਡੀਜ਼ਾਂ, ਦਿਲ ਤੇ ਕਰਦਾ ਹੈ ਵੀ ਤੁਹਾਨੂੰ ਮਤਲਬ ਰੋਜ਼ਾਨਾ ਇੱਕ ਲਿਸਟ ਘੱਲਦੀ ਹੈ ਕਿ ਮਰਸਡੀਜ਼ਾਂ ਤਾਂ ਬਹੁਤ ਜ਼ਿਆਦਾ ਹੋ ਗਈਆਂ ਨੇ, ਤੁਸੀਂ ਕਿਹੜੀਆਂ ਦੋ ਚੋਂ ਨੂੰ ਲਈ ਫਿਰਦੇ ਹੋ। ਲਿਹਾਜ਼ਾ ਅਗਰ ਕੋਈ ਤਮੀਰੀ ਗੁਫ਼ਤਗੂ ਕਰਨੀ ਹੈ ਸਿਰ ਮੱਥੇ ਤੇ, ਅਸੀਂ ਬਹਰਹਾਲ ਇੱਕ ਦੋ ਗੱਲਾਂ ਕਰਨ ਤੇ ਸੈਰਬੀਨ ਵਾਲੇ ਪ੍ਰੋਗਰਾਮ ਦੇ ਉੱਤੇ ਕੁਛ ਗੁਫ਼ਤਗੂ ਕਰਨ ਦੇ ਬਾਅਦ ਯਕੀਨਨ ਦੱਸਾਂਗੇ ਕਿ ਤੁਹਾਡੇ 4 ਕਿੱਲਿਆਂ ਦੇ ਜ਼ਿਮੀਂਦਾਰ ਤੋਂ ਲੈ ਕੇ ਤੇ ਜਹਾਂਗੀਰ ਤਰੀਨ ਤੱਕ ਸਾਰਿਆਂ ਨੂੰ ਕਿਹੜੀਆਂ ਬੋਟਲ ਨੈਕਸ ਨੇ ਜਿਹੜੀਆਂ ਤੁਹਾਨੂੰ ਫੇਸ ਕਰਨੀਆਂ ਪੈਂਦੀਆਂ ਨੇ, ਉਹਨਾਂ ਦੇ ਵਿੱਚੋਂ ਕੱਢਣ ਦੀ ਕੋਈ ਸਟ੍ਰੈਟਜੀ ਜਿਹੜੀ ਹੈ ਉਹ ਵੀ ਹੋ ਸਕਦਾ ਤੇ ਤੁਹਾਨੂੰ ਸ਼ਾਇਦ ਅਸੀਂ ਡਿਜ਼ਾਈਨ ਕਰ ਦਈਏ ਤੇ ਕਰ ਦਈਏ। ਤੁਹਾਡੇ ਕੋਲ ਬੰਦਾ ਕੋਈ ਨਹੀਂ, ਕਿੱਥੋਂ ਕਰਵਾਓ ਉਹਦੇ, ਉਹ ਹਿਊਮਨ ਸਟੱਫ ਹੀ ਤੁਹਾਡੇ ਕੋਲ ਕੋਈ ਨਹੀਂ ਜਿਹੜਾ ਸਮੇਨਾ व अताना ਦਾ ਮਿਸਦਾਕ ਹੋਵੇ। ਔਰ ਸਮੇਨਾ व अताना ਨੂੰ ਤੁਸੀਂ ਇੱਕ ਮਜ਼ਹਬੀ ਟੂਲ ਔਰ ਮਜ਼ਹਬੀ ਕੈਫੀਅਤ ਸਮਝਦੇ ਹੋ। ਇਹ ਇੱਕ ਸੋਸ਼ਲ ਰਵੱਈਆ ਹੈ ਸਮੇਨਾ व अताना। ਔਰ ਸਸਟੇਨੇਬਲ ਡਿਵੈਲਪਮੈਂਟ ਜਿਹੜੀ ਹੈ ਉਹ ਸਮੇਨਾ व अताना ਦੀ ਕੈਫੀਅਤ ਤੋਂ ਬਗੈਰ ਮੁਮਕਿਨ ਨਹੀਂ ਹੈ। ਪਰ ਤੁਹਾਨੂੰ ਉਹ ਕਿਸੇ ਮੁਸਲਮਾਨ ਦਾ ਬੰਦਾ ਬਿਮਾਰ ਸੀ ਤਾਂ ਉਹਨਾਂ ਆਖਿਆ, ਉਹ ਜ਼ਿਮੀਂਦਾਰ ਨੇ ਆਖਿਆ ਇਹਨੂੰ ਕਲਮਾ ਪੜ੍ਹੋ ਤਗੜਾ ਹੋ। ਉਸ ਆਖਿਆ, ਉਹਦੀ ਜਨਾਨੀ ਬੈਠੀ ਸੀ, ਚੌਧਰੀ ਜੀ ਇਹਨੂੰ ਕਲਮਾ ਹਜ਼ਮ ਨਹੀਂ ਹੁੰਦਾ। ਉਹਨੇ ਸਮਝਿਆ ਸ਼ਾਇਦ ਕਲਮਾ ਕੋਈ ਦਵਾਈ ਹੈ ਜਾਂ ਕੋਈ ਖਵਾਈ ਹੈ, ਤੇ ਉਹ ਉਲਟੀ ਕਰ ਦਿੰਦਾ। ਹਾਂ, ਹੁੱਕੇ ਦੀ ਵਾਰੀ ਦਈਏ ਤਾਂ ਉਹ ਲੈ ਲੈਂਦਾ। ਤੁਸੀਂ ਉਹ ਭਾਈ ਜਿਨ੍ਹਾਂ ਨੂੰ ਕਲਮਾ ਨਹੀਂ ਸਿਖਾਉਂਦਾ ਪਿਆ, ਤੁਹਾਨੂੰ ਹੁੱਕੇ ਦੀ ਵਾਰੀ ਦਈਏ ਤਾਂ ਉਹ ਬੜੇ ਭੱਜ ਕੇ ਲੈਂਦੇ ਹੋ ਤੁਸੀਂ। ਬਹਰਹਾਲ ਆਪਣੀ ਭੁਗਤਣੀ ਅਸੀਂ ਆਪਣੇ ਹਿਸਾਬ ਨਾਲ ਵੇਖ ਕੇ ਪਛਾਣਦੇ ਹਾਂ। ਸਾਨੂੰ ਦਿਸਦਾ ਪਿਆ ਅੱਗੇ ਕੀ ਹੈ। ਤੁਹਾਨੂੰ ਜਿੱਦਣ ਦਿਸਣ ਲੱਗ ਪਿਆ ਤੁਹਾਡੇ ਨਾਲ ਉਸ ਦਿਨ ਤੁਹਾਡੀ ਟੋਨ ਵੀ ਚੇਂਜ ਹੋ ਜਾਏਗੀ, ਉਸ ਦਿਨ ਤੁਹਾਡੇ ਫਿਕਰੀ ਮਬਾਹਿਸ ਦੀ ਨੋਈਅਤ ਵੀ ਚੇਂਜ ਹੋ ਜਾਏਗੀ। ਅੱਲਾਹ ਤੌਫੀਕ ਦੇ, ਇਨਸ਼ਾ ਅੱਲਾਹ ਹਾਲੀ ਗੱਲ ਹੁੰਦੀ ਰਹੇਗੀ। ਫੀ ਅਮਾਨ ਅੱਲਾਹ। अस्सलाम वालेकुम।